नमस्कार, सत श्री अकाल। ਅੱਜ ਇਸ ਗਿਆਨ ਲੜੀ ਦੇ ਵਿੱਚ ਮੈਂ ਤੁਹਾਡੇ ਸਭ ਦਾ ਸਵਾਗਤ ਕਰਦਾ ਹਾਂ ਕਿ ਮੈਨੂੰ ਅੱਜ ਹੁਕਮ ਹੋਇਆ ਹੈ ਕਿ ਮੈਂ ਤੁਹਾਡੇ ਨਾਲ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ ਦੇ ਵਿੱਚ ਆਪਣੇ ਵਿਚਾਰ ਰੱਖਾਂ। ਵੈਸੇ ਤਾਂ ਆਪਾਂ ਸਭ ਜਾਣਦੇ ਹਾਂ ਕਿ ਊਧਮ ਸਿੰਘ ਜੀ ਦੇ ਇਤਿਹਾਸ ਦੇ ਵਿੱਚ ਕਿਵੇਂ ਉਹਨਾਂ ਨੇ ਸੰਘਰਸ਼ ਕਰਦੇ ਹੋਏ ਜਲਿਆਂਵਾਲੇ ਬਾਗ ਦੇ ਜੋ ਘਟਨਾ ਸੀ ਉਸ ਦਾ ਬਦਲਾ ਲਿਆ, ਪਰ ਫਿਰ ਵੀ ਇਸ ਗਿਆਨ ਲੜੀ ਦੇ ਵਿੱਚ ਆਯੋਜਕਾਂ ਨੇ ਇਹ ਵਿਸ਼ੇ ਤੈਅ ਕੀਤਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕਾਂ। ਸ਼ਹੀਦ ਊਧਮ ਸਿੰਘ ਜੀ ਦਾ ਜਨਮ 26 ਦਸੰਬਰ 1899 ਨੂੰ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਤਹਿਸੀਲ ਵਿਖੇ ਹੋਇਆ। ਜਨਰਲੀ ਤਾਂ ਇਹ ਜਿਹੜੀ 1899 26 ਦਸੰਬਰ ਦੀ ਮਿਤੀ ਹੈ ਇਹੀ ਪ੍ਰਚਲਿਤ ਹੈ। मैं पिछे जे किताब शहीद ਊਧਮ ਸਿੰਘ ਦੇ ਉੱਤੇ पढ़ रहा ਸੀਗਾ। उस किताब ਦੇ ਵਿੱਚ एक बड़े बड़े इतिहासकार हैं और आप कुरुक्षेत्र यूनिवर्सिटी ਦੇ ਵਿੱਚ इतिहास विभाग के मुखी भी रहे हैं, प्रोफैसर सतीश मित्तल जी। उन्होंने अपनी किताब ਦੇ ਵਿੱਚ 26 ਦਸੰਬਰ 1903 ਦਾ ਜ਼ਿਕਰ ਜਿਹੜਾ ਹੈ ਉਹਨਾਂ ਦੇ ਜਨਮ ਬਾਰੇ ਕੀਤਾ ਹੈ। ਤੇ ਇੱਕ ਮੈਂ ਬ੍ਰਿਟਿਸ਼ ਐਗਜੀਕਿਊਸ਼ਨ ਦੀ ਕਾਪੀ ਦੇਖ ਰਿਹਾ ਸੀ ਜਿਸ ਰਾਹੀਂ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦਾ ਹੁਕਮ ਹੋਇਆ ਸੀ। ਉਹਦੇ ਵਿੱਚ ਵੀ ਜਿਹੜੀ ਊਧਮ ਸਿੰਘ ਦੀ ਉਮਰ ਹੈ ਉਹ ਉਸ ਸਮੇਂ 37 ਸਾਲ ਲਿਖੀ ਗਈ ਹੈ 1940 ਦੇ ਵਿੱਚ। ਖੈਰ ਇਹ ਰਿਸਰਚ ਦਾ ਵਿਸ਼ੇ ਹੈ ਅਤੇ ਇਹਦੇ 'ਤੇ ਮੈਨੂੰ ਲੱਗਦਾ ਹੋਰ ਜਿਹੜੀ ਹੈ ਰਿਸਰਚ ਦੀ ਜ਼ਰੂਰਤ ਹੈ। ਊਧਮ ਸਿੰਘ ਜੀ ਦਾ ਜਨਮ ਜਿਹੜਾ ਹੈ ਬੜੇ ਇੱਕ ਸਧਾਰਨ ਅਤੇ ਗਰੀਬ ਪਰਿਵਾਰ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਰੇਲਵੇ ਦੇ ਵਿੱਚ ਇੱਕ ਫਾਟਕ ਦੇ ਉੱਤੇ, ਜਿਹੜਾ ਫਾਟਕ ਉਪਲੀ ਕੋਲ ਸੀ, ਉੱਥੇ ਚੌਂਕੀਦਾਰ ਦੀ ਨੌਕਰੀ ਕਰਦੇ ਸਨ। ਗਰੀਬ ਪਰਿਵਾਰ ਸੀ, 2 ਬੇਟੇ ਸੀ। ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਔਰ ਉਹਨਾਂ ਦੇ ਵੱਡੇ ਭਰਾ ਦਾ ਨਾਮ ਮੁਕਤਾ ਸਿੰਘ ਸੀ। ਔਰ ਉਹਨਾਂ ਦੇ ਜਦੋਂ ਬੱਚੇ ਹੀ ਸਨ ਦੋਨੇ ਤਾਂ ਕੁਦਰਤ ਨੂੰ ਕੀ ਪਾਣਾ ਮਨਜ਼ੂਰ ਸੀ। ਉਹਨਾਂ ਦੇ ਮਾਤਾ ਜੀ ਦੀ ਪਹਿਲਾਂ ਅਤੇ ਫਿਰ ਬਾਅਦ ਦੇ ਵਿੱਚ ਪਿਤਾ ਜੀ ਦੀ ਅਚਾਨਕ ਮੌਤ ਹੋ ਗਈ। ਉਸ ਮੌਤ ਤੋਂ ਬਾਅਦ ਦੋਵੇਂ ਭਰਾਵਾਂ ਨੂੰ ਸੈਂਟਰਲ ਖਾਲਸਾ ਅਤੀਮਖਾਨਾ ਪੁਤਲੀ ਨਗਰ ਅੰਮ੍ਰਿਤਸਰ ਵਿਖੇ ਆਪਣਾ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪਿਆ। ਇੱਕ ਹੋਰ ਪਾਣਾ ਵਰਤਿਆ
ਜਦੋਂ ਉਹਨਾਂ ਦੇ ਵੱਡੇ ਭਰਾ ਮੁਕਤਾ ਸਿੰਘ, ਬਾਅਦ ਜਿਨ੍ਹਾਂ ਦਾ ਨਾਮ ਸਾਧੂ ਸਿੰਘ ਰੱਖਿਆ ਗਿਆ ਸੀ, ਉਹਨਾਂ ਦੀ ਵੀ 1917 'ਚ ਮੌਤ ਹੋ ਗਈ। ਇਹ ਸਾਰੇ ਹਾਲਾਤ ਦੇ ਵਿੱਚ ਵੀ ਊਧਮ ਸਿੰਘ ਜੀ ਆਪਣੀ ਪੜ੍ਹਾਈ ਕਰਦੇ ਰਹੇ ਔਰ 1918 ਦੇ ਵਿੱਚ ਉਹਨਾਂ ਨੇ ਬੈਜਨਾਥ ਹਾਈ ਸਕੂਲ ਅੰਮ੍ਰਿਤਸਰ ਤੋਂ ਆਪਣੀ ਮੈਟ੍ਰਿਕ ਦੀ ਪ੍ਰੀਖਿਆ ਜਿਹੜੀ ਹੈ ਉਹ ਪਾਸ ਕੀਤੀ ਹੈ। 1919 ਦੀ ਘਟਨਾ ਹੈ, 13 ਅਪ੍ਰੈਲ, ਜਿਸ ਘਟਨਾ ਨੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਦੇ ਵਿੱਚ ਇੱਕ ਵੱਡਾ ਜਿਹੜਾ ਪਰਿਵਰਤਨ ਹੈ ਉਹ ਲਿਆਂਦਾ ਹੈ। ਉਸ ਸਮੇਂ ਦੇ ਵਿੱਚ ਜਿਹੜਾ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਨੇ ਰੋਲ ਐਕਟ ਪਾਸ ਕੀਤਾ ਸੀ, ਉਹਦੇ ਵਿਰੋਧ ਦੇ ਵਿੱਚ ਪੂਰੇ ਦੇਸ਼ 'ਚ ਅੰਦੋਲਨ ਚੱਲ ਰਹੇ ਸਨ। ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਸੀ ਔਰ ਅੰਮ੍ਰਿਤਸਰ ਦੇ ਵਿੱਚ ਵੀ ਇਹ ਅੰਦੋਲਨ ਬੜੀ ਸਰਗਰਮੀ ਦੇ ਨਾਲ ਚੱਲ ਰਿਹਾ ਸੀ। ਤੇ ਉਸੇ ਸਾਲ ਅਪ੍ਰੈਲ ਦੀ ਜਿਹੜੀ ਰਾਮਨੌਮੀ ਹੈ, ਉਹਦੀ ਵੱਡੀ ਇੱਕ ਸ਼ੋਭਾ ਯਾਤਰਾ ਨਿਕਲੀ, ਜਿਸ ਸ਼ੋਭਾ ਯਾਤਰਾ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਔਰ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਤੇ ਵੱਖ-ਵੱਖ ਪੰਥ ਸੰਪਰਦਾਇ ਦੇ ਲੋਕਾਂ ਨੇ ਜਿਹੜਾ ਹੈ ਉਹ ਭਾਗ ਲਿਆ। ਬਹੁਤ ਵੱਡੀ ਸ਼ੋਭਾ ਯਾਤਰਾ ਸੀ। ਉਸ ਯਾਤਰਾ ਦੇ ਵਿੱਚ ਇਹ ਗੱਲ ਸਪਸ਼ਟ ਹੋਈ ਕਿ ਜਿਹੜੇ ਦੇਸ਼ ਦੇ ਲੋਕ ਸੀਗੇ ਜਾਂ ਕਿਸੇ ਪੰਥ ਸੰਪਰਦਾਇ ਦੇ ਸੀਗੇ, ਉਹ ਇਕਮੁੱਠ ਹੋ ਕੇ ਚਾਹੁੰਦੇ ਸਨ ਕਿ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਾਇਆ ਜਾਏ। ਔਰ ਉਸੇ ਸਮੇਂ ਰੋਲ ਟੈਕਸ ਦਾ ਵਿਰੋਧ ਹੋ ਰਿਹਾ ਸੀ। ਉਸ ਰੋਲ ਟੈਕਸ ਦੇ ਵਿਰੋਧ ਦੇ ਕਾਰਨ ਅੰਮ੍ਰਿਤਸਰ ਦੇ ਦੋ ਵੱਡੇ ਨੇਤਾ ਡਾਕਟਰ ਸਤਪਾਲ ਔਰ ਡਾਕਟਰ ਸੈਫੂਦੀਨ ਕਿਚਲੂ ਨੂੰ ਅਰੈਸਟ ਕੀਤਾ ਗਿਆ। ਪੂਰਾ ਸ਼ਹਿਰ ਉਹਨਾਂ ਦੀ ਇਸ ਗ੍ਰਿਫਤਾਰੀ ਤੋਂ ਰੋਸ ਦੇ ਵਿੱਚ ਸੀਗਾ ਔਰ 13 ਅਪ੍ਰੈਲ 1919 ਨੂੰ ਰੋਸ ਵਜੋਂ ਜਲਿਆਂਵਾਲੇ ਬਾਗ ਦੇ ਵਿਖੇ ਇੱਕ ਵੱਡਾ ਜਿਹੜਾ ਸਮਾਗਮ ਹੈ ਉਹ ਉੱਥੇ ਹੋ ਰਿਹਾ ਸੀਗਾ ਔਰ ਉਸ ਸਮਾਗਮ ਦੇ ਵਿੱਚ ਬਹੁਤ ਲੋਕ ਹਾਜ਼ਰ ਸਨ। ਵੱਖ-ਵੱਖ ਇਤਿਹਾਸਕਾਰਾਂ ਦਾ ਵੱਖ-ਵੱਖ ਮਤ ਹੈ ਸੰਖਿਆ ਨੂੰ ਲੈ ਕੇ, ਤੇ ਲਗਭਗ ਕਹਿ ਸਕਦੇ ਹਾਂ ਕਿ 20,000 ਤੋਂ ਵੀ ਉੱਤੇ ਦੀ ਜਿਹੜੀ ਸੰਖਿਆ ਹੈ ਉੱਥੇ ਹਾਜ਼ਰ ਸੀ, ਕਿਉਂਕਿ ਉਸ ਦਿਨ ਵਿਸਾਖੀ ਵੀ ਸੀ। ਵਿਸਾਖੀ ਦੇ ਕਾਰਨ ਵੀ ਨੇੜੇ ਦੇ ਪਿੰਡਾਂ ਤੋਂ ਲੋਕ ਵੀ ਉੱਥੇ ਅੰਮ੍ਰਿਤਸਰ ਸਾਹਿਬ ਆਏ ਹੋਏ ਸਨ। ਉਹ ਗੋਲਡਨ ਟੈਂਪਲ ਦੇ ਵਿੱਚ ਮੱਥਾ ਟੇਕਣ ਵੀ ਲੋਕ ਆਏ ਹੋਏ ਸਨ ਤੇ ਬਾਅਦ ਦੇ ਵਿੱਚ ਆ ਕੇ ਉਹ ਕਿਉਂਕਿ ਨੇੜੇ ਹੀ ਹੈ ਗੋਲਡਨ ਟੈਂਪਲ ਤੋਂ, ਉੱਥੇ ਆ ਕੇ ਉਹ ਬੈਠੇ ਹੋਏ ਸਨ। ਕੁਝ ਲੋਕ ਉਸ ਸਮਾਗਮ ਦੇ ਵਿੱਚ ਹਿੱਸਾ ਲੈ ਰਹੇ ਸਨ। ਉਸ ਇਕੱਠ ਦੇ ਵਿੱਚ ਔਰਤਾਂ, ਬੱਚੇ, ਬਜ਼ੁਰਗ ਵੀ ਬੈਠੇ ਸਨ। ਉਸ ਸਮੇਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਉਹ ਮਾਈਕਲ ਡਾਇਰ ਸਨ ਤੇ ਜਨਰਲ ਡਾਇਰ ਨੂੰ ਸਪੈਸ਼ਲ ਤੌਰ 'ਤੇ ਜ਼ਿੰਮੇਵਾਰੀ ਦਿੱਤੀ ਗਈ ਕਿ ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਨੂੰ
ठीक रखा जाए। जदों जनरल डायर नूं इस बारे पता लग्या तां वो अपनी फौज दे नाल, अपने सिपाहियां दे नाल 5:15 बजे जलियांवाले बाग दे गेट ते आके खड़ा हो गया। उत्थे आके उन्हें जिहड़ी है एक गड्डी खड़ी कर दी, क्योंकि जलियांवाले बाग की एंट्री का ते बाहर जान का इको ही रस्ता सी, वो रस्ता उन्हें बंद करता बिना किसी कारण। शांतमई ढंग के अपना प्रदर्शन कर रहे सन, अपने विचार व्यक्त कर रहे सन, और जनरल डायर ने बिना किसी कारण, बिना किसी चेतावनी तो अते बिना किसी वार्निंग तो भीड़ दे वाल मूँह करके गोलियां चलाने के हुक्म जड़े हैं वो दे दिते। ना लोगों को उम्मीद सीगी भी इस तरह का यह वाक़ा हो सकता है, ना ही किसी को इस तरह की उम्मीद सी। तो 1650 राउंड जी गोलियां है वो चलाइया गई, लगभग 10 मिनट तक गोलियां चलियां और सीधियां गोलियां लोगों के वाल चलियां। जो गोलियां चलाइया गई उत्थे भगदड़ मच गई, लोग अपनी जान को बचाने लई इधर उधर भजन लगे। इस दौड़ भज दे विच बहुत सारे लोग जो उत्थे खूह है उस भी गिरे, कि बहुत बड़ा जोड़ा घान है उस समय होया। मैं मनुखी अधिकारां के खेत्र दे विच काम करता हाँ। जो मैं कदे जलियांवाले बाग के कांड बारे पढ़ता हाँ तो मैनू बहुत बड़ी हैरानी भी होंदी है और दुख भी होता है कि बिना किसी वार्निंग तो, बिना किसी चेतावनी तो निर्दोष ते निहत्थे व्यक्तियों ते गोलियां चलानियां। तो मैनू नहीं लगता कि इस तरह के मनुखी अधिकारां का हनन कदे भी किते भी होया होगा। ये सब कुछ जिहड़ा सीगा ओह उधम सिंह उत्थे देख रहा सी, क्योंकि ओह उत्थे पानी की सेवा निभा रहे सन। उस घटना दे विच, उस साके दे विच किन्ने लोग मरे, तो अज तक भी ये बारे दे विच कुछ कहना बड़ा असंभव जा लगता है। उस समय की ब्रिटिश सरकार ने जो ऑफिशियली आंकड़े दिते हैं उन्होंने अनुसार 379 लोग मारे गए और 1200 लोग जड़े हैं वो जख्मी हुए। तो कई होर सोर्सेज जड़े हैं उन्होंने अनुसार 1000 लोग उस घटना मारे गए। डिप्टी कमिश्नर अमृतसर दे कोले अज भी एक सूची पई है जिहदे च 464 लोगों के नाम दर्ज हैं, जो लोग शहीद होए पूरे उन्होंने फादर पिता के नाम के नाल। वो अज भी सूची डिप्टी कमिश्नर अमृतसर को ऑफिस है। स्वामी श्रद्धानंद जी ने जो थे छानबीन करी, उन्होंने अनुसार 1500 लोग उस घटना च मरे।
इंडियन नैशनल कांग्रेस ने जिहड़ी कमेटी बनाने तो बाद इंक्वायरी रिपोर्ट आई है ਉਹਦੇ 'ਚ ਉਹਨਾਂ ਅਨੁਸਾਰ 1000 ਲੋਕ ਮਰੇ ਤੇ 1500 ਲੋਕ ਜਿਹੜੇ ਹੈ ਉਹ ਜ਼ਖਮੀ ਹੋਏ। ਤੇ ਇਹ ਮੋਟਾ ਜਿਹੜਾ ਗੱਲਬਾਤ ਇਹ ਹੋਈ ਹੈ, ਲੇਕਿਨ ਇਹ ਅੰਕੜਾ ਹਾਲੇ ਵੀ ਮੈਨੂੰ ਪੂਰਾ ਨਹੀਂ ਲੱਗਦਾ ਹੈ। ਉਸ ਜੋ ਲੋਕ ਉੱਥੇ ਸ਼ਹੀਦ ਹੋਏ, ਜੋ ਲੋਕ ਜ਼ਖਮੀ ਹੋਏ, ਉਹਨਾਂ 'ਚ ਇਸਤਰੀਆਂ, ਬਜ਼ੁਰਗ ਤੇ ਬੱਚੇ ਵੀ ਸ਼ਾਮਲ ਸਨ। ਤੇ ਉਸ ਘਟਨਾ ਦੇ ਵਿੱਚ 6 ਹਫ਼ਤੇ ਦਾ ਇੱਕ ਬੱਚਾ ਵੀ ਜਿਹੜਾ ਹੈ ਉਹ ਸ਼ਹੀਦ ਹੋਇਆ ਹੈ। ਔਰ ਸਾਰੀ ਘਟਨਾ ਊਧਮ ਸਿੰਘ ਜੀ ਨੇ ਆਪਣੀ ਅੱਖਾਂ ਨਾਲ ਵੇਖੀ ਹੈ। ਇਸ ਤੋਂ ਇਲਾਵਾ ਵੀ ਕੁਝ ਹੋਰ ਜਿਹੜੇ ਤੱਥ ਸਾਡੇ ਸਾਹਮਣੇ ਆਉਂਦੇ ਹਨ, ਉਹਨਾਂ ਅਨੁਸਾਰ ਇੱਕ ਉੱਤਮ ਕੌਰ, ਇੱਕ ਮਹਿਲਾ ਸੀ, ਉਹਦੇ ਪਤੀ ਦਾ ਉੱਥੇ ਦੇਹਾਂਤ ਹੋਇਆ ਤੇ ਉਹਦੀ ਪਤੀ ਦੀ ਲਾਸ਼ ਨੂੰ ਊਧਮ ਸਿੰਘ ਜੀ ਨੇ ਉਹਦੇ ਘਰ ਤੱਕ ਪਹੁੰਚਾਇਆ। ਇਸ ਤੋਂ ਇਲਾਵਾ ਵੀ ਕੁਝ ਲਾਸ਼ਾਂ ਨੂੰ ਲੈ ਕਰਕੇ ਉਹ ਅਤੀਮਖਾਨੇ 'ਚ ਵੀ ਉਹਨਾਂ ਨੇ ਰੱਖੀਆਂ, ਕਿਉਂਕਿ ਉਸ ਤੋਂ ਬਾਅਦ ਮਾਰਸ਼ਲ ਲਾਅ ਉੱਥੇ ਲੱਗ ਗਿਆ ਸੀਗਾ ਤੇ ਉਸ ਮਾਰਸ਼ਲ ਲਾਅ ਦੇ ਕਾਰਨ ਜਦੋਂ ਇਹ ਸਾਰਾ ਕੰਮ ਕਰ ਰਹੇ ਸਨ ਤਾਂ ਊਧਮ ਸਿੰਘ ਜੀ ਵੀ ਉੱਥੇ ਜ਼ਖਮੀ ਹੋਏ, ਉਹਨਾਂ ਦੀ ਵੀ ਗੋਲੀ ਜਿਹੜੀ ਹੈ ਉਹ ਲੱਗੀ ਹੈ। ਤੇ ਜਦੋਂ ਸਾਰਾ ਦੇਖਿਆ ਉਹਨਾਂ ਨੇ ਤਾਂ ਉਹਨਾਂ ਨੂੰ ਲੱਗਿਆ ਵੀ ਇਹ ਜਿਹੜਾ ਹੈ ਇਸ ਤਰ੍ਹਾਂ ਦੀ ਜਿਹੜੀ ਗੋਲੀ ਨਿਹੱਥੇ ਤੇ ਬੇਕਸੂਰ ਲੋਕਾਂ 'ਤੇ ਚਲਾਉਣ ਵਾਲੀ ਜਿਹੜੀ ਸਰਕਾਰ ਹੈ, ਜਿਹੜੇ ਆਫੀਸਰ ਹਨ, ਜਿਹੜੇ ਲੋਕ ਹਨ, ਉਹ ਦੋਸ਼ੀ ਹਨ। ਤੇ ਉਹਨਾਂ ਨੇ ਉਸ ਸਮੇਂ ਕਸਮ ਲਈ ਕਿ ਮੈਂ ਇਸ ਘਟਨਾ ਦਾ ਜਿਹੜਾ ਬਦਲਾ ਹੈ ਉਹ ਜ਼ਰੂਰ ਲਵਾਂਗਾ। ਤੇ ਉਸ ਸਮੇਂ ਉਹਨਾਂ ਦੀ ਜਿਹੜੀ ਉਮਰ ਹੈ 20 ਸਾਲ ਦੇ ਆਸ-ਪਾਸ ਸੀ ਔਰ ਉਹਨਾਂ ਨੇ ਮਨ 'ਚ ਵਿਚਾਰ ਕਰ ਲਿਆ ਵੀ ਕੁਝ ਵੀ ਹੋ ਜਾਏ, ਮੈਂ ਇਹ ਜਿਹੜੇ ਅਧਿਕਾਰੀ ਹੈ ਇਹਨਾਂ ਨੂੰ ਨਹੀਂ ਛੱਡਾਂਗਾ। ਇਹ ਜਿਹੜਾ ਸਾਕਾ ਸੀਗਾ ਭਾਰਤ ਦੀ ਚੇਤਨਾ ਵਿੱਚ ਆਇਆ ਇੱਕ ਵੱਡਾ ਮੋੜ ਸੀ। ਇਸ ਤੋਂ ਬਾਅਦ ਆਜ਼ਾਦੀ ਦੇ ਅੰਦੋਲਨ ਦਾ ਜਿਹੜਾ ਰੁਖ ਹੈ ਉਹ ਹੀ ਬਦਲ ਗਿਆ। ਮਹਾਤਮਾ ਗਾਂਧੀ ਜੀ ਨੇ ਵੀ 1922 ਦੇ ਵਿੱਚ ਨੌਨ ਕੋਆਪਰੇਸ਼ਨ ਮੂਵਮੈਂਟ ਚਲਾਈ ਔਰ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਇਸ ਘਟਨਾ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਪ੍ਰੇਰਨਾ ਵੀ ਲਈ। ਸਰਦਾਰ ਭਗਤ ਸਿੰਘ ਉਸ ਸਮੇਂ ਲਗਭਗ 12 ਸਾਲ ਦੇ ਹੋਣਗੇ, ਸਕੂਲ 'ਚ ਪੜ੍ਹਦੇ ਸੀ ਉਹ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਤੇ ਉਹ ਸਕੂਲ ਛੱਡ ਕੇ, ਸਕੂਲ ਮਿਸ ਕਰਕੇ ਅੰਮ੍ਰਿਤਸਰ ਆਏ। ਅੰਮ੍ਰਿਤਸਰ ਉਹ ਜਲਿਆਂਵਾਲੇ ਬਾਗ ਦੇ ਵਿੱਚ ਗਏ ਔਰ ਉਹ ਸਾਰੀ ਜਿਹੜੀ ਉੱਥੋਂ ਦੇ ਹਾਲਾਤ ਹੈ ਉਹਨਾਂ ਨੂੰ ਦੇਖਿਆ ਔਰ ਜਿਹੜੀ ਖੂਨ ਦੇ ਨਾਲ ਉਸ ਜਲਿਆਂਵਾਲੇ ਬਾਗ ਦੀ ਮਿੱਟੀ ਸੀਗੀ ਉਹਨੂੰ ਨਮਨ ਕੀਤਾ ਤੇ ਖੂਨ ਦੇ ਨਾਲ ਭਰੀ ਮਿੱਟੀ ਨੂੰ ਇੱਕ ਬੋਤਲ ਦੇ ਵਿੱਚ ਪਾ ਲਿਆ। ਬੋਤਲ 'ਚ ਪਾ ਕੇ ਘਰ ਆ ਗਏ, ਲਾਹੌਰ ਆ ਗਏ। ਘਰ ਦੇ ਮਾਤਾ ਜੀ, ਉਹਨਾਂ ਦੇ ਭੈਣ ਜੀ ਬੜੇ ਚਿੰਤਤ ਸਨ ਕਿ ਭਗਤ ਸਕੂਲ ਤੋਂ ਅੱਜ ਕਾਫੀ ਲੇਟ ਹੋ ਗਿਆ, ਕਿਉਂ ਨਹੀਂ ਆਇਆ। ਜਦੋਂ ਭਗਤ ਸਿੰਘ ਘਰ ਪਹੁੰਚੇ ਤਾਂ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਕਾਰਨ ਹੈ।
ਤੁਸੀਂ ਅੱਜ ਸਕੂਲ ਤੋਂ ਇੰਨੀ ਦੇਰ ਨਾਲ ਕਿਉਂ ਆਏ ਹੋ? ਤਾਂ ਉਹਨਾਂ ਨੇ ਸਾਰੀ ਘਟਨਾ ਜੋ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਉਹਦਾ ਵਰਣਨ ਕੀਤਾ ਤੇ ਉਹ ਸ਼ੀਸ਼ੀ ਵੀ ਦਿਖਾਈ ਜਿਸ ਵਿੱਚ ਉਹ ਖੂਨ ਨਾਲ ਭਰੀ ਮਿੱਟੀ ਲੈ ਕੇ ਉਹ ਆਏ ਸਨ। ਭਗਤ ਸਿੰਘ ਨੇ ਆਪਣੀ ਜਿਹੜੀ ਆਜ਼ਾਦੀ ਦੀ ਲੜਾਈ ਹੈ ਉਹ ਕਿਤੇ ਨਾ ਕਿਤੇ ਇਸ ਘਟਨਾ ਤੋਂ ਬਾਅਦ ਹੋਰ ਮਜ਼ਬੂਤੀ ਨਾਲ ਜਿਹੜਾ ਹੈ ਉਹ ਆਪਣਾ ਮਨ ਬਣਾ ਲਿਆ ਸੀਗਾ। ਤੇ ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਅੰਮ੍ਰਿਤਸਰ ਦੇ ਇਸ ਘਟਨਾ ਦਾ ਵਰਣਨ ਕਰਦੇ ਹਾਂ, ਇਸ ਬਾਰੇ ਕੁਝ ਵਿਚਾਰ ਕਰਦੇ ਹਾਂ, ਸਾਡੇ ਸਾਹਮਣੇ ਇੱਕ ਦ੍ਰਿਸ਼ ਤਾਂ ਸਪਸ਼ਟ ਹੁੰਦਾ ਹੈ ਕਿ ਐਡਾ ਵੱਡਾ ਜ਼ੁਲਮ ਕੋਈ ਕਿਵੇਂ ਕਰ ਸਕਦਾ ਹੈ। ਉਸ ਤੋਂ ਬਾਅਦ ਊਧਮ ਸਿੰਘ ਅੰਮ੍ਰਿਤਸਰ ਦੇ ਵਿੱਚ ਹੀ ਘੰਟਾ ਘਰ ਦੇ ਕੋਲੇ ਇੱਕ ਪੇਂਟਰ ਦੀ ਦੁਕਾਨ ਸੀ, ਉੱਥੇ ਕੰਮ ਕਰਦੇ ਰਹੇ ਕਿਉਂਕਿ ਉਹ ਅੱਛੇ ਕਲਾਕਾਰ ਸਨ। ਅਤੇ ਉਸ ਤੋਂ ਬਾਅਦ ਉਹ ਜਿਹੜਾ ਹੈ ਉਹਨਾਂ ਨੇ ਜਿਹੜਾ ਆਪਣਾ ਨਾਮ ਹੈ ਉਹ ਵੀ ਜਿਹੜਾ ਹੈ ਰੱਖ ਲਿਆ। ਉਹਨਾਂ ਨੇ ਨਵਾਂ ਨਾਮ ਕੀ ਰੱਖਿਆ? ਰਾਮ ਮੁਹੰਮਦ ਸਿੰਘ ਆਜ਼ਾਦ। ਇਹਦਾ ਅਰਥ ਇਹ ਸੀਗਾ, ਉਹਦੇ 'ਚ ਰਾਮ ਦਾ ਨਾਮ ਵੀ ਸੀਗਾ, ਮੁਹੰਮਦ ਦਾ ਨਾਮ ਵੀ ਸੀਗਾ, ਸਿੰਘ ਦਾ ਨਾਮ ਵੀ ਸੀ, ਔਰ ਆਜ਼ਾਦ ਦਾ ਮਤਲਬ ਆਜ਼ਾਦੀ ਦਾ ਮਤਲਬ ਸੀ। ਅਤੇ ਇਸ ਘਟਨਾ ਤੋਂ ਬਾਅਦ ਉਹ ਜਿਹੜਾ ਹੈ ਗਦਰ ਪਾਰਟੀ ਦੇ ਸੰਪਰਕ 'ਚ ਆਏ। ਇੱਕ ਵਾਰ ਅਮਰੀਕਾ ਤੋਂ ਆਉਂਦੇ ਹੋਏ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਕਿਉਂਕਿ ਉਹਨਾਂ ਕੋਲ ਗਦਰ ਪਾਰਟੀ ਦੇ ਇੱਕ ਅਖਬਾਰ ਨਿਕਲਦਾ ਸੀ ਜੋ ਬੈਨ ਸੀ, ਉਹ ਉਹਨਾਂ ਕੋਲੋਂ ਪਕੜਿਆ ਗਿਆ। ਨਾਲ ਰਿਵਾਲਵਰ ਸੀ ਅਤੇ ਕੁਝ ਹੋਰ ਅਸਲਾ ਵੀ ਸੀ ਅਤੇ ਉਸ ਕਰਕੇ ਉਹਨਾਂ ਨੂੰ 5 ਸਾਲ ਦੀ ਜਿਹੜੀ ਹੈ ਸਜ਼ਾ ਵੀ ਜਿਹੜੀ ਹੈ ਉਹ ਹੋਈ ਹੈ। ਔਰ ਇਹ ਸਜ਼ਾ ਉਹਨਾਂ ਨੂੰ 5 ਸਾਲ ਹੋਈ ਅਤੇ ਉਹ ਭਗਤ ਸਿੰਘ ਜੀ ਦੇ ਵੱਡੇ ਫੈਨ ਸਨ, ਉਹਨਾਂ ਨੂੰ ਆਪਣਾ ਗੁਰੂ ਅਤੇ ਆਦਰਸ਼ ਵੀ ਮੰਨਦੇ ਸਨ ਅਤੇ ਉਹ ਭਗਤ ਸਿੰਘ ਦਾ ਚਿੱਤਰ ਹਮੇਸ਼ਾ ਆਪਣੇ ਕੋਲ ਰੱਖਦੇ ਸਨ। ਇਸ ਤੋਂ ਬਾਅਦ ਕਸ਼ਮੀਰ ਦੇ ਵਿੱਚ ਵੀ ਜਦੋਂ ਗਏ ਤਾਂ ਉਹਨਾਂ ਕੋਲੇ ਭਗਤ ਸਿੰਘ ਦੇ ਚਿੱਤਰ ਉਹਨਾਂ ਕੋਲੇ ਸੀਗਾ। ਅਤੇ ਉਹ ਇਸ ਸਾਰੇ ਅੰਦੋਲਨ ਦੇ ਦੌਰਾਨ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਗਏ। ਉਹ ਜਰਮਨੀ ਗਏ, ਰਸ਼ੀਆ ਗਏ, ਫਰਾਂਸ ਗਏ, ਇਥੋਪੀਆ ਗਏ, ਈਸਟ ਅਫਰੀਕਾ ਗਏ, US ਗਏ, ਔਰ US ਵਿੱਚ ਵੱਖਰੇ ਵੱਖਰੇ ਨਾਮ ਦੇ ਨਾਲ ਉਹ ਉੱਥੇ ਕੰਮ ਕਰਦੇ ਰਹੇ। ਕਦੇ ਉਦੇ ਸਿੰਘ, ਸ਼ੇਰ ਸਿੰਘ, ਫਰੈਂਕ ਬਰਾਜ਼ਿਲ, ਸਾਰੇ ਨਾਮਾਂ ਦੇ ਨਾਲ ਜਿਹੜੇ ਹੈ ਉਹ ਕੰਮ ਉਹ ਉੱਥੇ ਉਹ ਕਰਦੇ ਰਹੇ। ਅਤੇ ਲੰਡਨ ਦੇ ਵਿੱਚ ਉਹ 1934 'ਚ ਪਹੁੰਚ ਗਏ। ਉੱਥੇ ਉਹਨਾਂ ਨੇ ਇੰਜੀਨੀਅਰਿੰਗ ਦੀ ਸਟੱਡੀ ਦੇ ਵਾਸਤੇ ਵੀ ਐਡਮਿਸ਼ਨ ਲਈ ਅਤੇ ਉੱਥੇ ਉਹਨਾਂ ਨੇ ਕਾਰਪੈਂਟਰ ਦਾ, ਮੋਟਰ ਮਕੈਨਿਕ ਦਾ, ਸਾਈਨ ਬੋਰਡ ਪੇਂਟਰ ਦਾ ਕੰਮ ਵੀ ਜਿਹੜਾ ਹੈ ਉਹ ਉਹਨਾਂ ਨੇ ਕੀਤਾ। 13 ਮਾਰਚ 1940 ਨੂੰ ਉਹ ਉਸ ਸਥਾਨ ਦੇ ਉੱਤੇ ਪਹੁੰਚ ਗਏ ਜਿੱਥੇ ਉਹ ਮਾਈਕਲ ਡਾਇਰ ਨੇ ਆਪਣਾ ਭਾਸ਼ਣ ਜਿਹੜਾ ਹੈ ਉਹ ਦੇਣਾ ਸੀਗਾ। ਉਹਦਾ ਫੰਕਸ਼ਨ ਸੀਗਾ ਈਸਟ ਇੰਡੀਆ ਐਸੋਸੀਏਸ਼ਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀ। ਉਹਦੇ 'ਚ ਉਹ ਉੱਥੇ ਜਾ ਕੇ ਦਾਖਲ ਹੋ ਗਏ। ਜਦੋਂ ਭਾਸ਼ਣ ਖਤਮ ਹੋਇਆ ਤਾਂ ਉਹਨਾਂ ਨੇ ਆਪਣੀ ਰਿਵਾਲਵਰ ਦੇ ਨਾਲ 2 ਗੋਲੀਆਂ ਉਹ ਡਾਇਰ 'ਤੇ ਮਾਰੀਆਂ ਅਤੇ ਉਸ ਤੋਂ ਬਾਅਦ ਉਹ ਉੱਥੇ ਖੜ੍ਹੇ ਰਹੇ, ਭੱਜੇ ਨਹੀਂ ਅਤੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਅਤੇ ਉਹ ਡਾਇਰ ਉਸ ਸਮੇਂ ਹੀ ਮਰ ਚੁੱਕਿਆ ਸੀਗਾ। ਔਰ 1 ਅਪ੍ਰੈਲ 1940 ਨੂੰ ਉਹਨਾਂ ਨੂੰ ਮਾਈਕਲ ਓਡਾਇਰ ਦੇ ਖੂਨ ਦੇ ਇਲਜ਼ਾਮ ਦੇ ਵਿੱਚ ਚਾਰਜ ਸ਼ੀਟ ਜਿਹੜੀ ਹੈ ਉਹ ਕੋਰਟ 'ਚ ਦਾਖਲ ਕੀਤੀ ਗਈ ਅਤੇ ਉਹ ਲਿਵਿੰਗਸਟਨ ਜਿਹੜੀ ਜੇਲ੍ਹ ਹੈ ਉਹਦੇ 'ਚ ਉਹਨਾਂ ਨੂੰ ਰੱਖਿਆ ਗਿਆ। ਜੋ ਜੇਲ੍ਹ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਉੱਥੇ ਵੀ 42 ਦਿਨ ਦੀ ਜਿਹੜੀ ਭੁੱਖ ਹੜਤਾਲ ਹੈ ਉਹ ਕੀਤੀ, ਕਿਉਂਕਿ ਕੈਦੀਆਂ ਦੇ ਨਾਲ ਜਿਹੜਾ ਹੈ ਠੀਕ ਵਿਵਹਾਰ ਜਿਹੜਾ ਹੈ
ਉਹ ਕਰਨਾ ਚਾਹੀਦਾ ਹੈ। ਪਰ ਉਹਨਾਂ ਦੀ ਜਿਹੜੀ 42 ਦਿਨ ਦੀ ਭੁੱਖ ਹੜਤਾਲ ਸੀਗੀ ਉਹ ਜ਼ਬਰਦਸਤੀ ਉਹਨਾਂ ਦੀ ਛੁਡਵਾ ਦਿੱਤੀ ਗਈ। ਔਰ 4 ਜੂਨ 1940 ਨੂੰ ਜਿਹੜੀ ਹੈ ਉਹ ਟ੍ਰਾਇਲ ਜਿਹੜੀ ਹੈ ਉਹ ਹੋਈ। ਉਸ ਟ੍ਰਾਇਲ ਨੂੰ ਜਿਹੜੇ ਜੱਜ ਸਨ ਜਸਟਿਸ ਐਟਕਿਨਸਨ ਅਤੇ ਇਹਨਾਂ ਦੇ ਜਿਹੜੇ ਵਕੀਲ ਸੀਗੇ ਡਿਫੈਂਸ ਕਾਉਂਸਲ ਦੇ BK ਕ੍ਰਿਸ਼ਨਾ ਮੈਨਨ ਅਤੇ ਸੈਂਟ ਜੌਨ ਹੁਸਿਅਨ ਅਤੇ ਪ੍ਰੋਸੀਕਿਊਸ਼ਨ ਵੱਲੋਂ ਮੈਕਕੂਲਰ ਨਾਮ ਦੇ ਐਡਵੋਕੇਟ ਸੀਗੇ, ਉਹ ਬੈਰਿਸਟਰ ਸੀਗੇ। ਅਤੇ ਉੱਥੇ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ, ਉਹਨਾਂ ਨੇ ਇੱਕ ਉੱਥੇ ਕੁਝ ਸ਼ਬਦਾਂ ਦੇ ਵਿੱਚ ਆਪਣੇ ਗੱਲਬਾਤ ਰੱਖੀ ਹੈ ਕੋਰਟ ਦੇ ਵਿੱਚ। ਉਹ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਆਪਾਂ ਨੂੰ ਜਿਹੜੀ ਹੈ ਉਹ ਸੁਣਨੀ ਚਾਹੀਦੀ ਹੈ। ਜਿਸ ਭਾਸ਼ਾ 'ਚ ਉਹਨਾਂ ਨੇ ਆਪਣੀ ਗੱਲ ਰੱਖੀ ਹੈ, ਮੈਂ ਉਸੇ ਭਾਸ਼ਾ ਦੇ ਵਿੱਚ ਤੁਹਾਡੇ ਸਾਹਮਣੇ ਉਹ ਗੱਲ ਰੱਖਣ ਜਾ ਰਹੇ ਹਾਂ। ਉਹਨਾਂ ਨੇ ਕਿਹਾ, I did it because I had a grudge against him. He deserved it. He was the real culprit. He wanted to crush the spirit of my people, so I have crushed him. For fully 21 years, I have been trying to seek vengeance. I am happy that I have done the job. I am not scared death. मैं मौत तो डरता नहीं है। I am dying for my country. मैं अपनी कंट्री मर रहा हाँ। I have seen my people starving in India under the British rule. ब्रिटिश सरकार ਦੇ ਵਿੱਚ ਭਾਰਤ ਦੇ ਵਿੱਚ ਲੋਕ ਭੁੱਖ ਨਾਲ ਮਰ ਰਹੇ ਹਨ। I have protested against this. मैं ਇਹਦਾ ਵਿਰੋਧ ਕਰਦਾ ਹਾਂ। It was my duty. ਇਹ ਮੇਰੀ ਡਿਊਟੀ ਸੀ। What greater honor could be bestowed on me than that? ਇਸ ਤੋਂ ਕੀ ਵੱਡੀ ਗੱਲ ਹੋ ਸਕਦੀ ਹੈ? For the sake of my motherland. ਉਹਨਾਂ ਨੇ ਕਿਹਾ ਮਾਤਰ ਭੂਮੀ ਦੇ ਲਈ, ਮਾਤਰ ਦੇਸ਼ ਦੇ ਲਈ ਮਰਨਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਉਹਨਾਂ ਨੇ ਆਪਣੇ ਇਸ ਗੱਲ 'ਚ ਕਹੀ ਹੈ। ਅਤੇ 31 ਜੁਲਾਈ ਨੂੰ 1940 ਨੂੰ ਉਹਨਾਂ ਨੂੰ ਪੈਂਟੋਨਵਿਲੇ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਅਤੇ ਉੱਥੇ ਹੀ ਉਹਨਾਂ ਦਾ ਜਿਹੜਾ ਸਰੀਰ ਸੀਗਾ ਉਹ ਦਫਨਾ ਦਿੱਤਾ ਗਿਆ। ਅਤੇ ਕੋਰਟ ਦੇ ਵਿੱਚ ਹੋਰ ਵੀ 2-3 ਗੱਲਾਂ ਉਹਨਾਂ ਨੇ ਕਿਹੜੀ ਕਹੀਆਂ ਹੈ, ਮੈਂ ਉਹਨੂੰ ਥੋੜ੍ਹਾ ਜਿਹਾ ਉਹਨਾਂ ਦਾ ਬਰੀਫ ਕਰਕੇ ਪੰਜਾਬੀ ਦੇ ਵਿੱਚ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ। ਅਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਮੈਂ ਮੌਤ ਦੀ ਸਜ਼ਾ ਦੀ ਪਰਵਾਹ ਨਹੀਂ ਕਰਦਾ, ਮੈਂ ਮਰਨ ਤੋਂ ਨਹੀਂ ਡਰਦਾ, ਮੈਂ ਕਿਸੇ ਉਦੇਸ਼ ਲਈ ਮਰ ਰਿਹਾ ਹਾਂ, ਮੈਂ ਆਪਣਾ ਦੇਸ਼ ਆਜ਼ਾਦ ਕਰਾਉਣਾ ਚਾਹੁੰਦਾ ਹਾਂ। ਮੇਰੇ ਮਰਨ ਤੋਂ ਬਾਅਦ ਮੇਰੇ ਦੇਸ਼ ਦੇ ਹਜ਼ਾਰਾਂ ਲੋਕ ਮੇਰੇ ਸਥਾਨ 'ਤੇ ਆਉਣਗੇ ਅਤੇ ਤੁਹਾਨੂੰ ਇੱਥੋਂ ਬਾਹਰ ਕੱਢ ਦੇਣਗੇ। ਮੈਂ ਅੰਗਰੇਜ਼ਾਂ ਦੇ ਖਿਲਾਫ ਨਹੀਂ, ਮੈਂ ਇਹ ਰਾਜਨੀਤਿਕ ਵਿਵਸਥਾ ਦੇ ਵਿਰੁੱਧ ਹਾਂ। ਤੁਸੀਂ ਜੋ ਅਤਿਆਚਾਰ ਕਰ ਰਹੇ ਹੋ ਉਹ ਗਲਤ ਹੈ। ਇਹ ਉਹਨਾਂ ਨੇ ਉਸ ਆਪਣੀ ਗੱਲਬਾਤ ਵਿੱਚ ਕਹੇ ਹੈ। ਮੈਨੂੰ ਲੱਗਦਾ ਕਿ ਉਹ ਇੱਦਾਂ ਦੇ ਵਿਅਕਤੀ ਸੀਗੇ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਬਦਲਾ ਜਿਹੜਾ ਹੈ ਅੰਗਰੇਜ਼ਾਂ ਦੇ ਘਰ 'ਚ ਜਾ ਕੇ ਲਿਆ ਹੈ। ਔਰ ਇੱਕ ਦ੍ਰਿੜ ਨਿਸ਼ਚੈ, ਜਲਿਆਂਵਾਲਾ ਬਾਗ ਤੋਂ ਉਹਨਾਂ ਨੇ ਇੱਕ ਦ੍ਰਿੜ ਨਿਸ਼ਚੈ ਕਰ ਲਿਆ ਕਿ ਮੈਂ ਇਸ ਘਟਨਾ ਦਾ ਬਦਲਾ ਲੈਣਾ ਹੈ। ਔਰ ਉਹ ਬਦਲਾ ਉਹ ਲੈ ਕੇ ਹਟੇ ਔਰ ਉਹਦੇ ਲਈ ਉਹਨਾਂ ਨੇ 21 ਸਾਲ ਦਾ ਇੰਤਜ਼ਾਰ ਕੀਤਾ ਔਰ 21 ਸਾਲ ਜਿਹੜਾ ਹੈ ਉਹਨਾਂ ਨੇ ਸੰਘਰਸ਼ ਕੀਤਾ। ਔਰ ਇਸ ਤੋਂ ਜਿਹੜੀ ਕਾਫੀ ਲੋਕਾਂ ਨੇ ਪ੍ਰੇਰਨਾ ਵੀ ਲਈ ਹੈ ਕ੍ਰਾਂਤੀਕਾਰੀਆਂ ਨੇ। ਜਦੋਂ ਜਨਰਲ ਅਡਵਾਇਰ ਨੂੰ ਮਾਰਿਆ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਵੱਖ ਵੱਖਰੇ ਵਿਚਾਰ ਹੈ। ਮਹਾਤਮਾ ਗਾਂਧੀ ਜੀ ਨਾਲ ਸਹਿਮਤ ਨਹੀਂ ਸੀਗੇ, ਜਵਾਹਰ ਲਾਲ ਨਹਿਰੂ ਵੀ ਪਹਿਲਾਂ ਸਹਿਮਤ ਨਹੀਂ ਸੀ, ਬਾਅਦ ਵਿੱਚ 1962 ਵਿੱਚ ਉਹਨਾਂ ਨੇ ਆਪਣੇ ਵਿਚਾਰ ਬਦਲੇ ਹੈ। ਔਰ ਇੱਕ ਅਖਬਾਰ ਨਿਕਲਦੀ ਸੀ ਉਸ ਸਮੇਂ 'ਚ ਅੰਮ੍ਰਿਤਾ ਬਾਜ਼ਾਰ ਪੱਤਰਿਕਾ, ਉਹਦੇ 'ਚ ਉਹਨਾਂ ਨੇ ਊਧਮ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ। ਟਾਈਮਜ਼ ਆਫ ਲੰਡਨ ਸੀ, ਉਹਨਾਂ ਨੇ ਕਿਹਾ ਵੀ ਉਹ ਇੱਕ ਸੰਘਰਸ਼ ਕਰਨ ਵਾਲਾ ਫਾਈਟਰ ਫॉर ਫਰੀडम, ਆਜ਼ਾਦੀ ਦਾ ਜਿਹੜਾ ਇੱਕ ਮਸੀਹਾ ਸੀ। ਔਰ ਵੱਖਰੇ ਵੱਖਰੇ ਲੋਕਾਂ ਨੇ ਜਿਹੜੇ ਵਿਚਾਰ ਜਿਹੜੇ ਹੈ ਉਹ ਉਹਨਾਂ ਬਾਰੇ ਰੱਖੇ ਹੈ। ਸਕਾਟਲੈਂਡ ਦੇ ਵਿੱਚ ਇੱਕ ਬਲੈਕ ਮਿਊਜ਼ੀਅਮ ਹੈ, ਉੱਥੇ ਉਹ ਉਹਨਾਂ ਦੀ ਜਿਹੜੀ ਰਿਵਾਲਵਰ ਹੈ, ਡਾਇਰੀ ਹੈ, ਉਹ ਕਿਤਾਬ ਹੈ ਜਿਹਦੇ 'ਚ ਰਿਵਾਲਵਰ ਨਾਲ ਲੈ ਕੇ ਗਏ ਸੀਗੇ, ਚਾਕੂ ਹੈ, ਉਹ ਉੱਥੇ ਰੱਖਿਆ ਗਿਆ ਹੈ। 1974 ਦੇ ਵਿੱਚ ਦੇਸ਼ ਦੇ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਮੰਗ ਕਰੀ ਕਿ ਊਧਮ ਸਿੰਘ ਦੇ ਸਰੀਰ ਨੂੰ
ਭਾਰਤ ਲਿਆਂਦਾ ਜਾਏ, ਪੰਜਾਬ 'ਚ ਲਿਆਂਦਾ ਜਾਏ। ਲੋਕਾਂ ਦੀ ਮੰਗ ਦੇ ਉੱਤੇ ਇਹ ਫੈਸਲਾ ਲਿਆ ਗਿਆ ਤੇ 1974 ਨੂੰ ਉਹਨਾਂ ਦੇ ਜਿਹੜੇ ਸਰੀਰ ਦੀਆਂ ਬਾਕੀ ਬੱਚੀਆਂ ਅਸਥੀਆਂ ਸੀਗੀਆਂ ਉਹ ਲੈ ਕੇ ਆਂਦੀਆਂ ਗਈਆਂ ਤੇ ਬਾਅਦ ਦੇ ਵਿੱਚ ਇੱਥੇ ਸੰਸਕਾਰ ਕੀਤਾ ਗਿਆ ਔਰ ਬਾਅਦ ਦੇ ਵਿੱਚ ਗੰਗਾ ਦੇ ਵਿੱਚ ਉਹ ਉਹਨਾਂ ਦੇ ਜਿਹੜੇ ਫੁੱਲ ਹੈ ਉਹ ਪ੍ਰਵਾਹਿਤ ਕੀਤੇ ਗਏ। ਕੁਝ ਜਿਹੜੀਆਂ ਅਸਥੀਆਂ ਹੈ ਉਹ ਜਲਿਆਂਵਾਲੇ ਬਾਗ ਦੇ ਵਿੱਚ ਵੀ ਮਿਊਜ਼ੀਅਮ 'ਚ ਰੱਖੀਆਂ ਗਈਆਂ ਔਰ ਹੁਣੇ ਪਿਛਲੇ ਸਾਲ 2 ਸਾਲ ਪਹਿਲਾਂ ਕਹਿ ਸਕਦੇ ਆਪਾਂ 13 ਮਾਰਚ 2018 ਨੂੰ ਜਲਿਆਂਵਾਲੇ ਬਾਗ ਵਿਖੇ ਊਧਮ ਸਿੰਘ ਜੀ ਦਾ ਜਿਹੜਾ ਸਟੈਚੂ ਹੈ ਉਹ ਉੱਥੇ ਲਗਾਇਆ ਗਿਆ ਹੈ। ਅਤੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਇੱਦਾਂ ਦੇ ਜਿਹੜੇ ਫੰਕਸ਼ਨ ਹੈ, ਇੱਦਾਂ ਦੇ ਕਾਰਿਆਕਰਮ ਕਰਦੇ ਹਾਂ ਸ਼ਹੀਦਾਂ ਦੇ ਲਈ, ਸਾਨੂੰ ਇਸ ਤੋਂ ਪ੍ਰੇਰਨਾ ਜ਼ਰੂਰ ਲੈਣੀ ਚਾਹੀਦੀ ਹੈ। ਸਿਰਫ ਸਾਨੂੰ ਹੀ ਨਹੀਂ, ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਸਾਨੂੰ ਉਹਨਾਂ ਨੂੰ ਵੀ ਇਹਨਾਂ ਬਾਰੇ ਦੱਸਣਾ ਚਾਹੀਦਾ ਤਾਂ ਕਿ ਉਹ ਸਾਡੀ ਜਿਹੜੀ ਆਜ਼ਾਦੀ ਸਾਨੂੰ ਕਿਵੇਂ ਮਿਲੀ ਇਸ ਬਾਰੇ ਉਹ ਜਾਣ ਸਕਣ, ਤਾਂ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਦੱਸ ਸਕਣ ਕਿ ਸਾਡੇ ਮਹਾਂਪੁਰਸ਼ਾਂ ਨੇ, ਸਾਡੇ ਸ਼ਹੀਦਾਂ ਨੇ ਕਿਵੇਂ ਦੇਸ਼ ਨੂੰ ਬਚਾਇਆ ਅਤੇ ਕਿਵੇਂ ਆਜ਼ਾਦੀ ਦੀ ਲੜਾਈ ਲੜੀ ਹੈ ਅਤੇ ਅਸੀਂ ਜਿਸ ਕਾਰਨ ਆਜ਼ਾਦ ਹੋ ਸਕੇ ਹਾਂ। ਆਓ ਅਸੀਂ ਮਿਲ ਕੇ ਸਾਰੇ ਉਹਨਾਂ ਨੂੰ ਸੈਲੂਟ ਕਰੀਏ, ਇੱਦਾਂ ਦੇ ਸ਼ਹੀਦਾਂ ਨੂੰ, ਅਤੇ ਉਹਨਾਂ ਦੇ ਵੱਲੋਂ ਚਲਾਏ ਗਏ ਰਸਤੇ 'ਤੇ ਚੱਲੀਏ। ਬਹੁਤ ਬਹੁਤ ਧੰਨਵਾਦ।